ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਤੁਸੀਂ ਅੱਜ ਡਾਕਟਰ MS ਰੰਧਾਵਾ ਹੋਰਾਂ ਦੀ ਯਾਦ 'ਚ ਜਿਹੜਾ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਮੇਲਾ ਹੋ ਰਿਹਾ ਗਾ, ਲੋਕ ਉਤਸਵ ਕਲਾਵਾਂ ਦੇ ਨਾਲ ਜੁੜੇ ਹੋਏ ਹੋ ਸਾਡੇ ਨਾਲ। ਤੇ ਅੱਜ ਤੀਜਾ ਦਿਨ ਹੈ ਇਸ ਮੇਲੇ ਦਾ। ਕੱਲ ਨਾਰੀ ਕਵੀ ਦਰਬਾਰ ਹੋਇਆ, ਜਿਹਦੇ ਵਿੱਚ 7 ਨਾਰੀ ਕਵਿਤਰੀਆਂ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਸੀਗੀਆਂ। ਔਰ ਅੱਜ ਤੀਸਰਾ ਦਿਨ ਹੈ ਇਸ ਮੇਲੇ ਦਾ। ਤੇ ਇਹ ਸ਼ਾਮ ਨੂੰ ਇਸ ਤੀਜੀ ਸ਼ਾਮ ਦੇ ਵਿੱਚ ਅਸੀਂ ਇੱਕ ਸੰਗੀਤਕ ਸ਼ਾਮ ਰੱਖੀ ਹੈ। ਇਹਦੇ ਵਿੱਚ ਸਾਡੇ ਕੋਲ ਬੜੇ ਹੀ ਪਿਆਰੇ ਫਨਕਾਰ, ਸੁਰਾਂ ਦੇ ਲੰਬਰਦਾਰ ਔਰ ਪਰੰਪਰਾਗਤ ਗਾਇਕੀ ਦੇ ਨਾਲ ਜੁੜੇ ਹੋਏ ਲੋਕ ਸੁਰਾਂ ਦੇ ਉੱਤੇ, ਲੋਕ ਧੁਨਾਂ ਦੇ ਉੱਤੇ ਬੜੀ ਹੀ ਸੰਜੀਦਗੀ ਤੇ ਸਿਦਕ ਦੇ ਨਾਲ ਪਹਿਰਾ ਦੇ ਰਹੇ ਨੇ। ਔਰ ਜਦੋਂ ਗਾਉਂਦੇ ਨੇ ਤਾਂ ਸੰਗੀਤ ਦੀਆਂ ਫੁੱਲ ਝੜੀਆਂ ਆਪ ਮੁਹਾਰੇ ਸਰੋਤਿਆਂ ਦੇ ਕੰਨਾਂ ਤੱਕ ਆ ਕੇ ਦਸਤਕ ਦਿੰਦੀਆਂ ਨੇ। ਤੋ ਨੀਲੇ ਖਾਂ, ਇਹਨਾਂ ਨੂੰ ਆਦਰ ਨਾਲ ਉਸਤਾਦ ਨੀਲੇ ਖਾਂ ਵੀ ਕਿਹਾ ਜਾਂਦਾ ਹੈ। ਨੀਲੇ ਖਾਂ ਸਾਹਿਬ ਅੱਜ ਆਪਣੀ ਗਾਇਕੀ ਦਾ, ਆਪਣੀਆਂ ਸੰਗੀਤਕ ਸੁਰਾਂ ਦਾ ਜਾਦੂ ਬਖੇਰਨਗੇ। ਡਾਕਟਰ MS ਰੰਧਾਵਾ ਕਲਾ ਨੂੰ ਪਿਆਰ ਕਰਨ ਵਾਲੀ ਹਸਤੀ ਸਨ। ਸੁਰਾਂ ਦੇ ਫਨਕਾਰਾਂ ਨੂੰ, ਸੰਗੀਤਕਾਰਾਂ ਨੂੰ, ਕਵੀਆਂ ਨੂੰ, ਕਲਾਕਾਰਾਂ ਨੂੰ ਸਰਪ੍ਰਸਤੀ ਦਿੰਦੇ ਸਨ। ਤਾਂ ਪਾਤਰ ਸਾਹਿਬ ਦੀ ਰਹਿਨਮਾਈ ਹੇਠ ਵੀ ਕਲਾ ਪ੍ਰੀਸ਼ਦ ਨੇ ਕਲਾ ਨੂੰ, ਸੰਗੀਤਕਾਰਾਂ ਨੂੰ ਬਰਾਬਰ, ਜਿਹੜੇ ਵੀ ਕਲਾ ਨਾਲ ਜੁੜੇ ਹੋਏ ਲੋਕ ਹੈ, ਸਾਰਿਆਂ ਨੂੰ ਸਰਪ੍ਰਸਤੀ ਦਿੱਤੀ ਹੈ। ਤੋ ਉਸਤਾਦ ਨੀਲੇ ਖਾਂ ਆਪਣੀ ਗਾਇਕੀ ਦੇ ਨਾਲ ਨਾਲ ਆਪਣਾ ਕੁਝ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਸ਼ੁਰੂ 'ਚ ਕਰਨਗੇ। ਤੋ ਤੁਹਾਡਾ ਸਾਰਿਆਂ ਦਾ ਪੰਜਾਬ ਕਲਾ ਪ੍ਰੀਸ਼ਦ ਦੇ ਇਸ ਚੈਨਲ ਤੇ ਨਿੱਘਾ ਸਵਾਗਤ ਕਰਦਾ ਹਾਂ। ਉਸਤਾਦ ਨੀਲੇ ਖਾਂ ਹੋਰਾਂ ਦੇ ਨਾਲ ਸਭ ਤੋਂ ਪਹਿਲਾਂ ਉਸਤਾਦ ਜੀ ਤੁਹਾਡਾ ਸਵਾਗਤ। ਥੈਂਕ ਯੂ ਸਰ, ਸ਼ੁਕਰੀਆ। ਤਾਂ ਪਾਤਰ ਸਾਹਿਬ ਤੁਹਾਡਾ ਵੀ ਬਹੁਤ ਨਿੱਘਾ ਸਵਾਗਤ ਜੀ। ਬਹੁਤ ਸ਼ੁਕਰੀਆ ਨਿੰਦਰ ਜੀ। ਹਾਂਜੀ, ਤੇ ਨੀਲੇ ਖਾਂ ਦੀ ਗਾਇਕੀ ਸਾਰਾ ਆਪਾਂ ਸੁਣਨੀ ਹੈ ਤੇ ਆਪਣੇ ਕਿੰਨੇ ਅਣਗਿਣਤ ਸਰੋਤੇ ਆਪਣੇ ਨਾਲ ਜੁੜਨਗੇ। ਤੋ ਮੈਂ ਚਾਹੁੰਦਾ ਕਿ ਸਭ ਤੋਂ ਪਹਿਲਾਂ ਆਰੰਭਕ ਸ਼ਬਦਾਂ ਦੇ ਵਿੱਚ ਨੀਲੇ ਖਾਂ ਦਾ ਸਵਾਗਤ ਤੁਸੀਂ ਕਰੋ। ਉਸ ਤੋਂ ਬਾਅਦ ਆਪਾਂ ਇੱਕ ਦੋ ਗੱਲਾਂ ਕਰਕੇ ਫਿਰ ਇਹਨਾਂ ਦੀ ਗਾਇਕੀ ਦਾ ਆਗਾਜ਼ ਕਰਦੇ ਹਾਂ। ਜੀ, ਉਸਤਾਦ ਨੀਲੇ ਖਾਂ ਜੀ, ਨਿੰਦਰ ਜੀ ਔਰ ਸਾਡੇ ਨਾਲ ਜੁੜੇ ਹੋਏ ਕਦਰਸ਼ਨਾਸ ਸਰੋਤੇ, ਦਰਸ਼ਕ, ਤੁਹਾਨੂੰ ਸਭ ਨੂੰ ਮੈਂ ਆਪਣਾ ਪਿਆਰ ਔਰ ਸਤਿਕਾਰ ਅਰਪਿਤ ਕਰਦਾ। MS ਰੰਧਾਵਾ ਸਾਹਿਬ ਦੀ ਸ਼ਖਸੀਅਤ, ਜਿਨ੍ਹਾਂ ਨੂੰ ਅਸੀਂ ਨਵੇਂ ਪੰਜਾਬ ਦੇ ਸਿਰਜਕ ਦੇ ਤੌਰ ਤੇ, ਨਵੇਂ ਪੰਜਾਬ ਦੇ ਉਸਰਈਏ ਦੇ ਤੌਰ ਤੇ ਜਾਣਦੇ ਹਾਂ, ਜਿਨ੍ਹਾਂ ਨੇ ਪੰਜਾਬ ਦਾ ਸਰਵਪੱਖੀ ਵਿਕਾਸ ਕਰਨ ਵਿੱਚ, ਉਹਦੀ ਖੇਤੀ ਦਾ ਵਿਕਾਸ ਵੀ, ਵਿਗਿਆਨ ਦਾ ਵਿਕਾਸ ਵੀ, ਕਲਾ ਦਾ ਵਿਕਾਸ ਵੀ, ਉਹਨਾਂ ਨੂੰ ਤ੍ਰੈਮੂਰਤੀ ਕਿਹਾ ਜਾਂਦਾ ਸੀਗਾ ਕਿ ਉਹ ਕਲਾ, ਵਿਗਿਆਨ ਤੇ ਸਾਹਿਤ ਦੀ ਤ੍ਰੈਮੂਰਤੀ ਨੇ। ਸੋ ਉਹਨਾਂ ਦੀ ਯਾਦ 'ਚ ਹਰ ਸਾਲ ਉਹਨਾਂ ਦੇ ਜਨਮ ਦਿਨ ਤੋਂ ਉਹਨਾਂ ਦਾ ਅਸੀਂ ਉਤਸਵ, ਕਲਾ ਤੇ ਸਾਹਿਤ ਉਤਸਵ ਮਨਾਉਂਦੇ ਹਾਂ। ਇਸ ਵਾਰ ਵੀ ਮਨਾ ਰਹੇ ਹਾਂ। ਸੋ ਅੱਜ ਸਾਡਾ ਉਸ ਉਤਸਵ ਦਾ ਤੀਜਾ ਦਿਨ ਹੈ। ਪਹਿਲੇ ਦਿਨ ਉਦਘਾਟਨ ਸੀ ਔਰ ਦੂਜੇ ਦਿਨ ਅਸੀਂ ਨਾਰੀ ਕਵੀ, ਜੋ ਸਾਡੇ ਬਹੁਤ ਮੁਤਬਰ ਔਰ ਨੌਜਵਾਨ, ਅਸੀਂ ਸਾਡੀਆਂ ਕਵਿਤਰੀਆਂ ਨੂੰ ਉਹਨਾਂ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਔਰ ਖਾਸ ਕਰਕੇ ਕਿਸਾਨੀ ਸੰਕਟ ਬਾਰੇ। ਔਰ ਕਿਸਾਨੀ ਸੰਕਟ 'ਚ ਇਸ ਵਾਰ ਔਰਤਾਂ ਦਾ ਜੋ ਯੋਗਦਾਨ ਆ, ਬਹੁਤ ਵੱਡਾ ਔਰ ਬਹੁਤ ਨਿਵੇਕਲਾ ਯੋਗਦਾਨ ਆ। ਅਸੀਂ ਉਹਨੂੰ ਮੁੱਖ ਰੱਖਦਿਆਂ ਹੀ ਐਤਕੀ ਨਾਰੀ ਕਵੀਆਂ ਦਾ ਕਵੀ ਦਰਬਾਰ ਕੀਤਾ ਸੀ। ਤੋ ਅੱਜ ਉਸਤਾਦ ਨੀਲੇ ਖਾਂ, ਜਿਹੜੇ ਕਿ ਇੱਕ ਬਹੁਤ ਹੀ ਮੰਝੇ ਹੋਏ ਔਰ ਬਹੁਤ ਉੱਚੇ ਸੋਚ ਸਵਾਦ ਵਾਲੇ, ਕਿ ਕਈ ਗਾਇਕ ਤਾਂ ਹੁੰਦੇ ਪਰ ਉਹਨਾਂ ਦੀ ਜਿਹੜੀ ਚੋਣ ਹੁੰਦੀ ਹੈ ਕਲਾਮ ਦੀ, ਉਹਦੇ 'ਚ ਕਈ ਵਾਰੀ ਉਹ ਸਮਝ ਲਓ ਕਿ ਉਹਨਾਂ ਧਿਆਨ ਨਹੀਂ ਦਿੰਦੇ ਜਿੰਨਾ ਉਸਤਾਦ ਨੀਲੇ ਖਾਂ ਹੋਣੀ, ਕਿ ਉਹ ਪੁਰਾਣੇ ਸਾਹਿਤ ਤੋਂ ਲੈ ਕੇ ਸੂਫੀ ਕਲਾਮ ਔਰ ਗੁਰਬਾਣੀ ਵੀ ਔਰ ਫਿਰ ਨਵੇਂ ਕਵੀਆਂ ਤੱਕ ਉਹਨਾਂ ਦੀ ਰਸਾਈ ਆ, ਉਹਨਾਂ ਦਾ ਰੇਂਜ ਹੈ ਔਰ ਉਹਨਾਂ ਦੀ ਗਾਇਕੀ ਕੋਲ ਉਹਨਾਂ ਸਾਰਿਆਂ ਨਾਲ ਨਿਆਂ ਕਰਨ ਦੀ
ਸਮਰੱਥਾ ਹੈ। ਤੋ ਸੋ ਉਸਤਾਦ ਨੀਲੇ ਖਾਨ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਤੋ ਅੱਜ ਸਾਡੇ ਲਈ ਬੜੀ ਖੂਬਸੂਰਤ ਘੜੀਆਂ ਨੇ ਜਦੋਂ ਅਸੀਂ ਸੁਰਾਂ ਤੇ ਸ਼ਬਦਾਂ ਦੇ ਸੰਗਮ ਦੇ ਕਿਨਾਰੇ ਤੇ ਖੜੇ ਹਾਂ ਔਰ ਉਹਨਾਂ ਨੂੰ ਅਸੀਂ ਸੁਣਨਾ, ਆਪਣੀਆਂ ਰੂਹਾਂ 'ਚ ਅਸੀਂ ਉਸ ਰਸ ਨੂੰ ਘੁਲਣਾ। ਤੋ ਮੈਂ ਬਹੁਤ ਪਿਆਰ ਤੇ ਅਦਬ ਨਾਲ ਨੀਲੇ ਖਾਨ ਜੀ ਨੂੰ ਦਾ ਸਵਾਗਤ ਕਰਦਾ ਔਰ ਤੁਹਾਡਾ ਸਾਰਿਆਂ ਦਾ ਜੋ ਸਾਨੂੰ ਸੁਣ ਰਹੇ ਹੋ, ਦੇਖ ਰਹੇ ਹੋ। ਤੋ ਉਸਤਾਦ ਨੀਲੇ ਖਾਨ ਜੀ ਆਪਣਾ ਗਾਇਨ ਸ਼ੁਰੂ ਕਰਨਗੇ, ਆਪਣੇ ਹਾਰਮੋਨੀਅਮ ਤੇ ਆਪਣੀਆਂ ਬੂਟਿਆਂ ਦਾ ਨ੍ਰਿਤ ਸ਼ੁਰੂ ਕਰਨਗੇ ਔਰ ਅਸੀਂ ਉਹਨਾਂ ਨੂੰ ਇੱਕ ਵਾਰ ਫੇਰ ਦਿਲ ਦੀਆਂ ਗਹਿਰਾਈਆਂ 'ਚ ਉਹਨਾਂ ਦਾ ਖੈਰ ਮਕਦਮ ਕਰਦੇ ਹਾਂ, ਉਹਨਾਂ ਨੂੰ ਸਵਾਗਤ ਕਹਿੰਦੇ ਹਾਂ। ਪਾਤਰ ਸਾਹਿਬ, ਤੁਸੀਂ ਕਿੰਨਾ ਖੂਬਸੂਰਤ ਸ਼ਬਦ ਵਰਤਿਆ ਹੈ, ਹਾਰਮੋਨੀਅਮ ਦੀਆਂ ਸੁਰਾਂ ਤੇ ਪੋਟਿਆਂ ਦਾ ਨਿਰਤ। ਇਹ ਸ਼ਬਦ ਜਿਹੜਾ ਹੈ ਇਹ ਵੀ ਕਦੇ ਕਦੇ ਧੁਰੋਂ ਉਤਰਦੇ ਸ਼ਬਦ ਹੈ। ਇਹ ਕਿਤੋਂ ਨਾ ਤਾਂ ਉਧਾਰੇ ਲਏ ਜਾ ਸਕਦੇ ਆ, ਨਾ ਖਰੀਦੇ ਜਾ ਸਕਦੇ ਆ। ਬੜਾ ਪਿਆਰਾ ਸ਼ਬਦ ਵਰਤਿਆ ਇੱਕ ਸੰਗੀਤਕਾਰ ਦੀ ਮਹਿਮਾ ਦੇ ਵਿੱਚ। ਸੋ ਨੀਲੇ ਖਾਂ ਆਪਣੇ ਨਾਲ ਨੇ ਤੇ ਨੀਲੇ ਖਾਂ ਜੀ ਨਾਲ ਆਪਾਂ ਦੋ ਗੱਲਾਂ ਕਰਕੇ ਉਸ ਤੋਂ ਬਾਅਦ ਇਹਨਾਂ ਦੀ ਗਾਇਕੀ ਸ਼ੁਰੂ ਕਰਦੇ ਹਾਂ। ਰਸਮੀ ਤੌਰ ਤੇ ਤੁਸੀਂ ਸਵਾਗਤ ਕੀਤਾ ਹੈ, ਤੁਹਾਡਾ ਧੰਨਵਾਦ। ਤੋ ਨੀਲੇ ਖਾਂ ਜੀ, ਤੁਸੀਂ ਸਾਨੂੰ ਦੱਸੋ ਕਿ ਅੱਜ ਜਿਹੜੀ ਗਾਇਕੀ ਪੇਸ਼ ਹੋ ਰਹੀ ਹੈ, ਜੀ, ਜਿਹੜੀ ਤੁਸੀਂ ਗਾਇਕੀ ਪੇਸ਼ ਕਰਦੇ ਹੋ, ਪਰੰਪਰਾਗਤ ਗਾਇਕੀ ਹੈ, ਤੁਹਾਡੀ ਘਰਾਣਿਆਂ ਨਾਲ ਜੁੜੀ ਹੋਈ ਗਾਇਕੀ ਹੈ ਔਰ ਇੱਕ ਸਮਰਪਿਤ ਭਾਵਨਾ ਦੀ ਗਾਇਕੀ ਹੈ। ਤੁਸੀਂ ਪੈਸੇ ਵੱਲ ਧਿਆਨ ਨਹੀਂ ਦਿੱਤਾ, ਤੁਸੀਂ ਕਲਾ ਨੂੰ ਪ੍ਰਫੁੱਲਤ ਕਰਨ 'ਚ ਧਿਆਨ ਦਿੱਤਾ ਹੈ। ਬਹੁਤੇ ਲੋਕਾਂ ਨੇ ਪੈਸੇ ਮਗਰ ਦੌੜ ਲਾਈ ਹੈ। ਤੁਸੀਂ ਕੀ ਮਹਿਸੂਸ ਕਰਦੇ ਹੋ ਉਸ ਗਾਇਕੀ 'ਚ ਤੇ ਇਸ ਗਾਇਕੀ 'ਚ ਜਿਹੜੀ ਤੁਹਾਡੇ ਕੋਲ ਹੈ? ਸਭ ਤੋਂ ਪਹਿਲਾਂ ਮੈਂ ਬੜੇ ਅਦਬ ਔਰ ਸਤਿਕਾਰ ਨਾਲ जनाब पात्र साहब और निंद्र कुज्ञानवी जी, बहुत ही सुलझे हुए, बड़े ही अच्छे विद्वान साडे इस पंजाब कला परिषद दे विच हन। और MS रंधावा साहब दा ये जिहड़ा कला उत्सव है, इस दे विच मैनू सेवा करन दा, खिदमत करन दा मौका दिता है। मैं बहुत ही धन्नवादी हाँ। और पात्र साहब ਜਦੋਂ ਬੋਲਦੇ ਨੇ ਇਦਾਂ ਲੱਗਦਾ ਜਿਵੇਂ ਕਵਿਤਾ ਪੜ੍ਹੀ ਜਾ ਰਹੀ ਹੈ। ਬਿਲਕੁਲ ਬਿਲਕੁਲ, ਵੀ ਇਹ ਬੋਲਦੇ ਰਹਿਣ, ਅਸੀਂ ਚੁੱਪ ਰਹੀਏ। ਬਾਕੀ ਤੁਸੀਂ ਜਿਹੜੀ ਸ਼ੁਰੂਆਤ ਕੀਤੀ ਹੈ ਉਹ ਬਹੁਤ ਹੀ ਅੱਛੇ, ਮਤਲਬ ਇੱਕ ਐਨਰਜੈਟਿਕ ਢੰਗ ਨਾਲ ਤੁਸੀਂ ਸ਼ੁਰੂਆਤ ਕੀਤੀ ਹੈ ਨਿੰਦਰ ਜੀ। ਹਾਂਜੀ, ਦੂਸਰੀ ਬਾਤ ਤੁਸੀਂ ਕਿਹਾ ਸੀ ਪਰੰਪਰਾਗਤ। ਇਹ ਗਾਇਕੀ ਜਿਹੜੀ ਹੈ ਇਹ ਰੂਹ ਦੀ ਗਾਇਕੀ ਹੈ। ਇਹ ਕਿਤੋਂ ਉਧਾਰ ਨਹੀਂ ਮੰਗੀ ਜਾ ਸਕਦੀ, ਕਿਤੋਂ ਮਤਲਬ ਇਹ ਟ੍ਰਾਂਸਫਰ ਨਹੀਂ ਕੀਤੀ ਜਾ ਸਕਦੀ। ਇਹ ਹੈਰੀਡਿਟਰੀ ਗਾਇਕੀ ਹੈ, ਇੱਕ ਖਾਨਦਾਨੀ ਜਿਹੜੀ ਚੀਜ਼ ਹੁੰਦੀ ਹੈ। ਅੱਜ ਮੈਂ ਵੀ ਜੇ ਚਾਹੁੰਦਾ ਤਾਂ ਬਹੁਤ ਵੱਡਾ ਇੱਕ ਫਾਈਨਾਂਸ਼ਲੀ ਕਿਲਾ ਖੜਾ ਕਰ ਸਕਦਾ ਸੀ, ਪਰ ਇਸ ਗਾਇਕੀ 'ਚ ਗਾ ਕੇ ਮਜ਼ਾ ਆਉਂਦਾ ਹੈ, ਸ਼ਾਇਦ ਉਹਦੇ 'ਚ ਨਾ ਆਉਂਦਾ। ਔਰ ਮੈਂ ਕਈ ਤਰ੍ਹਾਂ ਵੀ ਦੇਖਿਆ ਕਿ ਕਈ ਜਗ੍ਹਾ ਬਹੁਤ ਸਾਰਾ ਪੈਸਾ ਦੇ ਦਿੰਦੇ ਨੇ ਲੋਕ। ਕਈ ਐਸੇ ਸ਼ਾਦੀਆਂ 'ਚ ਗਿਆ, ਸ਼ਾਦੀਆਂ 'ਚ ਅਕਸਰ ਇਹ ਨਹੀਂ ਚੀਜ਼ਾਂ ਮਿਲਦੀਆਂ। ਲੇਕਿਨ ਜਦੋਂ ਇਸ ਤਰ੍ਹਾਂ ਦੀ ਜਿਵੇਂ ਤੁਸੀਂ ਇਸ ਨੂੰ ਆਰਗੇਨਾਈਜ਼ ਕਰ ਰਹੇ ਹੋ ਔਰ ਤੁਸੀਂ, ਤੁਹਾਡੇ ਕੋਲ ਸ਼ਬਦ ਨੇ ਜਿਹੜੇ ਇਸ ਸਾਡੇ ਫਨ ਦਾ ਜਿਹੜਾ ਉਹਦਾ ਤਰਜਮਾ ਕਰਦੇ ਹੋ, ਜਿਹਦੇ ਨਾਲ ਸਾਨੂੰ ਲੱਗਦਾ ਹੈ ਕਿ ਸਾਡੇ ਸਮਾਜ ਦੇ ਵਿੱਚ ਐਸੇ ਲੋਕ ਨੇ ਜਿਹੜੇ ਸਾਡੇ ਫਨ ਦੀ ਅੱਛੀ ਤਰਜਮਾਨੀ ਕਰਦੇ। ਔਰ ਅੱਛਾ, ਇੱਕ ਤੁਹਾਡੀ ਗਾਇਕੀ ਦੀ ਜਿਹੜੀ ਆਰੰਭਤਾ ਹੈ, ਸਾਡੇ ਦਰਸ਼ਕ ਬਹੁਤ ਜੁੜੇ ਹੋਏ ਨੇ ਨਾਲ, ਸਾਨੂੰ ਦੇਖ ਰਹੇ ਨੇ, ਸੁਣ ਰਹੇ ਨੇ। ਤੁਹਾਡੀ ਗਾਇਕੀ ਦੀ ਆਰੰਭਤਾ, ਇਹ ਸਫ਼ਰ ਜਿਹੜਾ ਹੈ, ਸੰਗੀਤਕ ਸਫ਼ਰ, ਇਹ ਸੰਗੀਤਕ ਪਗਡੰਡੀ, ਇਹ ਕਿਵੇਂ ਬਣੀ? ਸਰ ਮੈਂ 6ਵੀਂ 7ਵੀਂ ਤੋਂ ਸ਼ੁਰੂ ਕੀਤਾ ਸੀ। ਮੇਰੇ ਦਾਦਾ ਜੀ ਜਨਾਬ ਈਦੂ ਖਾਨ ਸਾਹਿਬ, ਮੇਰੇ ਪਾਪਾ ਜਨਾਬ ਮੁਹੰਮਦ ਸਦੀਕ ਸਾਹਿਬ, ਜੋ ਬਹੁਤ ਹੀ ਅੱਛੇ ਸਰੰਗੀ ਵਾਦਕ ਸਨ। ਸਾਡੇ ਰੁਪਾਲ ਜੀ ਉਹਨਾਂ ਨੂੰ ਜਾਣਦੇ ਨੇ, ਪ੍ਰੀਤਮ ਰੁਪਾਲ ਜੀ ਜਾਣਦੇ ਨੇ ਉਹਨਾਂ ਨੂੰ। ਪਰ ਉਹਨਾਂ ਦੀ ਸੁਣੀ ਹੋਈ ਹੈ, ਜਦੋਂ ਮੇਰੇ ਪਾਪਾ ਦਾ ਇੰਤਕਾਲ ਹੋਇਆ ਸੀ, ਸਟੇਜ ਇਹਨਾਂ ਨੇ ਕੰਪੇਅਰ ਕੀਤੀ ਸੀ ਸਾਡੇ ਪਿੰਡ ਦੇ ਵਿੱਚ।
और उत्थे मेरे पापा जी, मेरे दादा जी जनाब इद्दू खान साहब, और एक होर जानकारी दे दें, जनाब शरीफ इद्दू जो मेरे चाचा जी ने, उन्होंने सराई भी मेरे दादा मेरे पापा ने सिखाई है। लेकिन उन्होंने बहुत बड़ा घराना जी, बहुत बड़ा घराना जी। ते मेरी उस तो लैके ते मेरे दादा जी दी लत्तां कुटणियां, शाम ਨੂੰ ਉਹਨਾਂ ਨੇ ਗੜ ਵੀ ਦੁੱਧ ਹੀ ਦੇਣੀ, ਮੈਸਾਂ ਦੀਆਂ ਉਹਨਾਂ ਦੀਆਂ ਚਾਰ ਕੇ ਲੈ ਕੇ ਆਉਣੀਆਂ, ਤੇ ਸ਼ਾਮ ਨੂੰ ਉਹਨਾਂ ਨੇ ਫਿਰ ਉਹਨਾਂ ਨੇ ਰਾਗ ਜਦੋਂ ਖੁਸ਼ ਹੋ ਜਾਂਦੇ ਤੇ ਫਿਰ ਕਹਿਣਾ, ਲੈ ਹੁਣ ਮੈਂ ਤੈਨੂੰ ਫਿਰ ਇੱਕ ਰਾਗ ਦੱਸਦਾ। ਉਹ ਰਾਗ ਸੀ, ਲਟ ਗੁਲ ਜੀ ਸੁਲਝਾ ਜਾਣੇ ਬਾਲ, लट गुल जी सुलझा जाने बाल। क्या बात। फिर मेरे ਜਦੋਂ ਇਸ ਤਰ੍ਹਾਂ ਉਹਨਾਂ ਨੇ ਗਾਉਣਾ, ਔਰ ਗਾਉਂਦੇ ਗਾਉਂਦੇ ਉਹਨਾਂ ਦੀਆਂ ਅੱਖਾਂ ਚਸ਼ਮੇ-ਨਮ ਹੋ ਜਾਂਦੀਆਂ ਸੀ, ਕਿਉਂਕਿ ਉਹ ਪੰਜਾਬ ਦੇ ਬਹੁਤ ਹੀ ਫੇਮਸ ਕਲਾਕਾਰ ਥੇ। ਉਹਨਾਂ ਨੇ ਐਸੇ ਐਸੇ ਮੰਜ਼ਰ ਦੇਖੇ ਥੇ ਕਿ ਜਦੋਂ ਜੇ ਉਹ ਚਾਹੁੰਦੇ ਸੀ ਤਾਂ ਲੋਕਾਂ ਨੂੰ ਰਵਾ ਦਿੰਦੇ ਸੀ, ਜੇ ਉਹ ਤਾਂ ਲੋਕਾਂ ਨੂੰ ਨਚਾ ਦਿੰਦੇ ਸੀ। ਉਹ ਬਹੁਤ ਪਿਆਰੇ ਸ਼ਬਦ ਨੇ ਤੁਹਾਡੇ, ਆਪਣੇ ਪੂਰਵਜਾਂ ਵਾਸਤੇ, ਆਪਣੇ ਉਸਤਾਦਾਂ ਵਾਸਤੇ। ਇਹਨਾਂ ਸ਼ਬਦਾਂ ਦਾ ਕੋਈ ਤੋਲ ਨਹੀਂ, ਕੋਈ ਮੋਲ ਨਹੀਂ, ਤੇ ਬੜੀ ਚੰਗੀ ਗੱਲ ਹੈ ਕਿ ਤੁਸੀਂ ਉਹਨਾਂ ਨੂੰ ਯਾਦ ਰੱਖਿਆ ਹੋਇਆ। ਤੇ ਹੁਣ ਅਸੀਂ ਚਾਹਾਂਗੇ ਕਿ ਤੁਹਾਡੀ ਗਾਇਕੀ ਦਾ ਜਿਹੜਾ ਹੈ, ਅੱਜ ਦਾ ਸੰਗੀਤਕ ਸ਼ਾਮ ਦਾ ਆਗਾਜ਼ ਗੱਲਾਂ ਨਾਲ ਹੋਇਆ, ਤੇ ਹੁਣ ਅਸੀਂ ਸੁਰਾਂ ਦੇ ਨਾਲ ਵੀ ਵਾਬਸਤਗੀ ਪਾਉਂਦੇ ਆ, ਤੇ ਤੁਸੀਂ ਆਪਣੀ ਗਾਇਕੀ ਸ਼ੁਰੂ ਕਰੋ। ਸਾਡੇ ਸਰੋਤੇ, ਸਾਡੇ ਦਰਸ਼ਕ ਤੁਹਾਨੂੰ ਸੁਣਦੇ ਰਹਿਣਗੇ। ਉਸ ਤੋਂ ਬਾਅਦ ਆਪਾਂ ਪਾਤਰ ਸਾਹਿਬ ਜਿਹੜਾ ਹੈ ਤੁਹਾਡਾ ਅੰਤ ਦੇ ਉੱਤੇ ਵਿਧੀਵਤ ਢੰਗ ਨਾਲ ਪੰਜਾਬ ਕਲਾ ਪ੍ਰੀਸ਼ਦ ਦੀ ਤਰਫੋਂ ਧੰਨਵਾਦ ਕਰਨਗੇ, ਤੇ ਤੁਸੀਂ ਆਪਣੀ ਗਾਇਕੀ ਦਾ ਜਿਹੜਾ ਸਫ਼ਰ ਹੈ ਉਹ ਹੁਣ ਅੱਜ ਦੀ ਸ਼ਾਮ ਦਾ ਉਹ ਸ਼ੁਰੂ ਕਰੋ। ਤੁਹਾਡਾ ਸਵਾਗਤ, ਤੁਹਾਡਾ ਬਹੁਤ ਬਹੁਤ ਸਵਾਗਤ। ਮੈਂ ਇੱਕ ਵਾਰ ਫੇਰ ਨਿੰਦਰ ਘੁਗਿਆਣਵੀ ਜੀ ਦਾ ਔਰ ਜਨਾਬ ਪਾਤਰ ਸਾਹਿਬ ਦਾ, ਜਿਹੜੇ ਜਿਨ੍ਹਾਂ ਨੂੰ ਮੇਰੇ ਜਿਹੜੇ ਕੁਲੀਗਸ ਨੇ, ਮੇਰੇ ਜਿਹੜੇ ਐਸੇ ਐਸੇ ਸਰੋਤੇ ਨੇ, ਉਹ ਕਹਿੰਦੇ ਜਦੋਂ ਉਹਨਾਂ ਨੂੰ ਦੱਸਦਾ ਵੀ ਪਾਤਰ ਸਾਹਿਬ ਨਾਲ ਵੀ ਇਸ ਤਰ੍ਹਾਂ ਕਰਕੇ ਵੀ ਮੈਂ ਉਹਨਾਂ ਦੇ ਚੀਜ਼ਾਂ ਗਾਉਣਾ ਤੇ ਮਿਲਦਾ ਰਹਿਣਾ, ਉਹਨਾਂ ਦੀ ਹਾਰਦਿਕ ਇੱਛਾ ਹੁੰਦੀ ਹੈ ਜੀ ਕਿ ਅਸੀਂ ਉਹਨਾਂ ਨੂੰ ਜਾ ਕੇ ਮਿਲੀਏ, ਸਾਨੂੰ ਪਲੀਜ਼ ਉਹਨਾਂ ਨੂੰ ਮਿਲਾ ਦਿਓ। ਪਾਤਰ ਸਾਹਿਬ ਦੀ ਵੀ ਇਹ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਵਰਗੇ ਜਿਹੜੇ ਪਰੰਪਰਾਗਤ ਫਨਕਾਰ ਤੇ ਨਾਲ ਨਵੀਨ ਫਨਕਾਰ, ਜਿਨ੍ਹਾਂ ਨੇ ਨਵੀਆਂ ਪੈੜਾਂ ਪਾਈਆਂ ਹੈ, ਉਹਨਾਂ ਕੋਲ ਆਵਾਜ਼ ਹੈ, ਅੰਦਾਜ਼ ਹੈ, ਉਹਨਾਂ ਕੋਲੇ ਬਹੁਤ ਕੁਛ ਹੈ, ਉਹਨਾਂ ਨੂੰ, ਨਵਿਆਂ ਨੂੰ, ਪੁਰਾਣਿਆਂ ਨੂੰ ਇਹ ਉਤਸ਼ਾਹਿਤ ਕਰਦੇ ਨੇ, ਤੇ ਇਹਨਾਂ ਦੇ ਬੂਹੇ ਹਮੇਸ਼ਾ ਹੀ ਖੁੱਲੇ ਰਹਿੰਦੇ ਆ, ਦਿਲ ਦੇ ਬੂਹੇ ਵੀ ਤੇ ਘਰ ਦੇ ਬੂਹੇ ਵੀ। ਤੁਹਾਡੇ ਵਰਗੇ ਫਨਕਾਰ ਹਮੇਸ਼ਾ ਜਿਉਂਦੇ ਰਹਿਣ, ਜਾਗਦੇ ਰਹਿਣ, ਲੋਕਾਂ ਦਾ ਮਨੋਰੰਜਨ ਕਰਦੇ ਰਹਿਣ। ਤੇ ਆਓ ਆਪਾਂ ਹੁਣ ਗੀਤ ਸੰਗੀਤ ਵੱਲ ਵੱਧਦੇ ਹਾਂ। ਲੋ, ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਉਹਨਾਂ ਨੇ ਉਚਾਰਿਆ ਸੀ, ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ। ਵਾਹ। ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ, ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ, ਮਿੱਤਰ ਪਿਆਰੇ ਨੂੰ ਹਾਲ ਦਾ ਕਹਿਣਾ ਮਿੱਤਰ ਪਿਆਰੇ, ਤੁਧ ਬਿਨ ਰੋਗ ਰਜਾਈਆਂ ਦਾ ਮੋੜਨ, ਤੁਧ ਬਿਨ ਰੋਗ ਰਜਾਈਆਂ ਦਾ ਓੜਨ, ਨਾਗ ਨਿਵਾਸਾਂ ਦੇ ਰਹਿਣਾ,
ਮਿੱਤਰ ਪਿਆਰੇ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ तुद बिन रोग रजाइयां दयोडन तुद बिन रोग तुद बिन रोग तुद बिन रोग रजाइयां दयोडन नाग निवासम दे रहना तेरे प्यारे हाल मुरीदां दा कहना तेरे प्यारे सूल सुरागी खंजर प्याला सूल सुरागी खंजर प्याला खंजर प्याला सूल सुराही खंजर प्याला रिंग कसाइयां दा सैना मित्र प्यारे हाल हाल मुरीदां दा कहना हाल मुरीदां दा कहना मित्र प्यारे यारड़े दा सानू सत्थर चंगा यारड़े दा सानू सत्थर चंगा चंगा यारड़े दा सानू सत्थर चंगा भट्ठ खेड़ियां दा रहना भट्ठ खेड़ियां दा रहना मित्र प्यारे हाल मुरीदां दा कहना मित्र प्यारे नू मित्र प्यारे मित्र प्यारे बहुत खूब ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਔਰ ਇਹ ਅਮਰ ਬੋਲ ਹਨ ਜਦੋਂ ਵੀ ਅਸੀਂ ਸੁਣਦੇ ਹਾਂ ਕਿਤੇ ਵੀ ਸੁਣਦੇ ਹਾਂ ਤੇ ਮਨ ਮਸਤਕ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਹੁਲਾਰਾ ਆਉਂਦਾ ਹੈ ਇੱਕ ਪ੍ਰੇਰਨਾ ਮਿਲਦੀ ਹੈ ਔਰ ਕਈਆਂ ਦੀਆਂ ਅੱਖਾਂ 'ਚੋਂ ਹੰਝੂ ਵੀ ਟਪਕ ਆਉਂਦੇ ਹਨ ਤੇ ਕਈਆਂ ਦੇ 'ਚ ਜੋਸ਼ ਤੇ ਹੁਲਾਸ ਵੀ ਪੈਦਾ ਹੋ ਜਾਂਦਾ ਹੈ ਬਹੁਤ ਪਿਆਰੇ ਢੰਗ ਦੇ ਨਾਲ ਨਿਆਰੇ ਢੰਗ ਦੇ ਨਾਲ ਮੌਲਿਕ ਢੰਗ ਦੇ ਨਾਲ ਤੁਸੀਂ ਗਾਇਨ ਕੀਤਾ ਹੈ ਸੋ ਆਪਣੀ ਗਾਇਕੀ ਦਾ ਅੱਜ ਦੀ ਸ਼ਾਮ ਦਾ ਕੰਟੀਨਿਊ ਆਪਣੇ ਢੰਗ ਨਾਲ ਜਿਵੇਂ ਜਿਹੜੀ ਰਚਨਾ ਤੁਹਾਡੀ ਪਸੰਦੀ ਦੀ ਹੈ ਉਵੇਂ ਕੰਟੀਨਿਊ ਤੁਸੀਂ ਗਾਇਨ ਕਰਦੇ ਰਹੋ ਗਾਇਨ ਕਰਦੇ ਰਹੋ ਤੁਹਾਡਾ ਬਹੁਤ ਧੰਨਵਾਦ ਜੀ ਸ਼ੁਕਰੀਆ
सोने कर्म कमा दे सोने कर्म कमा दे सोने कर्म कमा दे तेरा की जाता सोने कर्म कमा दे तेरा की जाता उजड़ी चौक बसा दे तेरा की जाता सोने कर्म कमा दे तेरा की जाता उजड़ी चौक बसा दे तेरा की जाता जेड़े देखना चाहुंदे माया उन्हां नूं जेड़े देखना चाहुंदे माया उन्हां नूं जेड़े देखना चाहुंदे माया उन्हां नूं अपना शहर दिखा दे अपना शहर दिखा दे तेरा की जाता अपना शहर दिखा दे तेरा की जाता उजड़ी चौक बसा दे तेरा की जाता सोने कर्म कमा दे कुल्ली मस्त मलंगा दी विच आके ते कुल्ली मस्त मलंगा दी विच आके ते कुल्ली मस्त मलंगा दी विच आके ते एनू अर्श बना दे एनू अर्श बना दे तेरा की जाता एनू अर्श बना दे तेरा की जाता उजड़ी चौक बसा दे सोने कर्म कमा दे तेरा की जाता उजड़ी चौक बसा दे तेरा की जाता दिल दियां सुक्कियां सड़ियां होइयां वल्लां ते दिल दियां दिल दियां सुक्कियां सड़ियां दिल दियां सुक्कियां सड़ियां होइयां वल्लां ते दिल दियां सुक्कियां सड़ियां होइयां वल्लां ते रहमत दा पा दे रहमत दा पा दे तेरा की जांदा रहमत दा पा दे तेरा की जांदा उजड़ी चौक बसा दे तेरा की जांदा सोने कर्म कमा दे
इश्क वाले ते मैनू एहो कहंदे ने, इश्क वाले ते मैनू एहो कहंदे ने। जिया तो कलाम सुना दे नीलिया कलाम सुना दे नीलिया कलाम सुना दे, तेरा की जानदा नीलिया कलाम सुना दे, तेरा की जानदा सीने विच ठंड पा दे, तेरा की जानदा सोने करो कमा दे, तेरा की जानदा की जानदा तेरा की सोने करो कमा दे, तेरा की जानदा उजड़ी चौक बसा दे, तेरा की जानदा तेरा की जानदा बहुत खूब। तो जिन्नी तुसी रूह नाल और जिन्नी मौलिकता नाल ये चीज़ां गाइयां, पहला दसम पातशाह दा वो कलाम इलाही कलाम गाया, वो भी तुसी बहुत विलक्षण अपने अंदाज अनूठे अंदाज विच, और जिहड़ी बहुत घट धुन सुनी जाती अजकल उस धुन ते गाया। और ये दूसरा कलाम भी तुहाडा विलक्षण अंदाज सी इहदा। तो जिवें तुसी कहा कि सुक्कियां सड़ियां होइयां वल्लां ते रहमत दा मीं पा दे, तेरा जी क्या बात। सो जिहड़े तो पहला इस शेर तो बोलण तो पहला मैं कहण लग्या सी, मैं गौर करना इस शेर दी तरफ। नहीं अपने आप ही गौर खिच लेंदा। सुक्कियां सड़ियां होइयां दिल दियां वल्लां ते रहमत दा मीं पा दे, तेरा की जानदा। सो संगीत भी वो रहमत दा मीं आ। सो सोने दा वसल भी रहमत दा मीं हुंदा, पर सोने दी गैर हाज़री विच भी जिहड़ा संगीत दी छावर हुंदी है भी रहमत दा मीं हुंदी है। सो तुसीं रहमत दा मीं पा रहे हो, सो तुहाडे शुक्रगुजार हां असीं बहुत। तो इसनूं इस रहमत दे मीं नूं जारी रखो, जी फहार पैंदी रवे। बहुत बहुत तुहाडा शुक्रिया, बहुत बहुत धन्यवाद, बहुत दुआवां। मैं जिन्ने भी श्रोते, जिन्ने भी दर्शक, जिन्ने भी ज़ायरीन नाज़रीन इस प्रोग्राम ਨੂੰ देख रहे ने, चाहे वो देश च ने चाहे विदेशों च ने, मैं उन्हां दा बहुत ही तहे दिल तो शुक्रगुजार हां कि वो साडा प्रोग्राम सुन रहे ने। बेशक तुसी देख नहीं रहे, पर तुसी सुन रहे हो। किते वक्त लग्या तां तुहाडे कोल उत्थे भी आके तुहानू मिलांगे, देशां विदेशां में जिथे भी बैठे हो। लो हुण मैं जनाब शिव कुमार बटालवी साहब का एक गीत जिहड़ा पेश कर लग्या, उस तो बाद जनाब सुरजीत पात्र साहब का गीत जिहड़ा मैनू बहुत ही पसंद है, मेरी धुन दे मुताबिक, मेरी तरस दे मुताबिक। और वैसे तो मैनू इन्हां दे सारे गीतां च इदां लगदा है भी इन्हां ने गीत जिहड़े ने वो पता नहीं मेरे वास्ते ही लिख रखे ने। तां लो ये गीत शिव कुमार बटालवी साहब का पेश करन लगियां, समात फरमा।
ਤੈਨੂੰ ਦਿਆਂ ਹੰਝੂਆਂ ਦਾ ਪਾੜਾ ਹਾਏ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਨੀ ਪੀੜਾਂ ਦਾ ਬੜਾ ਗੱਭਰੂ ਦੇ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਦਿਆਂ ਹੰਝੂਆਂ ਦਾ ਪਾੜਾ ਨੀ ਪੀੜਾਂ ਦਾ पट्टी वालिए नी पट्टी वालिए पट्टी वालिए चंबे दिया डालिए पट्टी वालिए चंबे दिया डालिए नी पीरां दा बड़ा गफुन दे छेती छेती कर मैं तो जाना बड़ी दूर नहीं बड़ी दूर नहीं मैं जाना बड़ी दूर नहीं छेती छेती कर मैं तो जाना बड़ी दूर नहीं मैं तो जाना बड़ी दूर नहीं छेती छेती कर मैं तो जाना बड़ी दूर नहीं जिथे साडे बेलियां लंघ गए पूरनी जिथे साडे बेलियां लंघ गए पूरनी उस पिंड दा सुनींदा राह माड़ा उस पिंड दा सुनींदा राह माड़ा नी पीड़ां दा बड़ा गफुन दे पिंड दा सुनींदा राह माड़ा नी पीड़ां दा बड़ा गफुन दे हो गया कोवेला मैनू हो गया कोवेला मैनू ढल गईयां छावानी हो गया कोवेला मैनू ढल गईयां छावां हो गया कुवेला मैनू ढल गईयां छावानी बेलियां चों मुड़ आईयां मच्छियां ते गावानी बेलियां चों मुड़ आईयां मच्छियां ते गावां पाया चिड़िया ने चीख चिहाड़ा हाय पाया चिड़िया ने चीख चिहाड़ा नी पीड़ां दा बड़ा गफुन दे आया चिड़िया ने चीख चिहाड़ा नी पीड़ां दा बड़ा गफुन दे पट्टी वालिए चंबे दी डालिए पट्टी वालिए चंबे दी डालिए नी पीड़ां दा बड़ा गफुन दे लप कुए चूड़ू मेरी मैनू पहला टोरनी लप कुए चूड़ू मेरी मैनू पहला टोरनी कच्चे कच्चे रखना नहीं राड़ थोड़े होरनी
कच्चे कच्चे रखना नी राड़ थोड़े होर नी करा मिन्नता हाँ मिन्नता करा मिन्नता मुका देनी पुआड़ा हाय करा मिन्नता मुका दे नी पुआड़ा पीड़ा दा रग भूल दे भट्ठी वालिए चंबे दिए डालिए भट्ठी वालिए चंबे दिए डालिए पीड़ा दा रग भूल दे सौंगियां 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 हवा रो रो कर बर लापनी सौंगियां हवा रो रो कर बर लापनी तारियां नू चढ़ गया मठा मठा तापनी तारियां नू चढ़ गया मठा मठा तापनी जंज सवां दी तरस गया नाड़ा जंज सवां दी तरस गया नाड़ा नी पीड़ा दा बड़ा गप दे पट्टी वाली चंबे दी डाली नी पीड़ा दा बड़ा गप दे पट्टी वाली चंबे दी डालिए पीड़ा दा बड़ा गबन दे बहुत बहुत खूब नीले खानवी ते कई बार ये वाक्य आ जाता कि जिहड़ी कविता है वो संगीत होण नूं तड़पदी आ ते संगीत कविता होण नूं तड़पदा ये दो चीज़ां ऐसियां ने कि शिव कुमार भी बहुत याद आया तुहानूं सुणदियां सौ गईयां हवावां रो रो कर लापनी तारियां नूं चढ़ गया मठा मठा ताप जी तो इस इन्हां अलोकार लफ्ज़ां नूं ਜਿਹੜੇ ਕਮਾਲ ਦੇ ਜਿਹੜੇ ਅਰਥਾਂ ਤੋਂ ਪਾਰ ਨੇ ਸ਼ਬਦ ਇਹੋ ਇਹਨਾਂ ਦੇ ਅਰਥਾਂ ਤੋਂ ਬਾਅਦ ਇਹਨਾਂ ਦਾ ਪ੍ਰਭਾਵ ਹੈ ਸੋ ਜਦੋਂ ਉਹਨਾਂ 'ਚ ਸੰਗੀਤ ਰਲਦਾ ਫਿਰ ਬਸ ਉਹ ਇੱਕ ਐਸਾ ਕਹਿਰ ਵਾਪਰਦਾ ਐਸਾ ਜਾਦੂ ਹੁੰਦਾ ਕਿ ਉਹਨੂੰ ਝੱਲਣਾ ਉਹਦੀ ਤਾਪ ਝੱਲਣੀ ਸੌਖੀ ਨਹੀਂ ਹੁੰਦੀ ਸੋ ਬਹੁਤ ਸੋਹਣੀ ਤਰ੍ਹਾਂ ਤੁਸੀਂ ਇਹ ਗਾਇਆ ਔਰ ਜੋ ਧੁਨ ਦਾ ਔਰ ਗੀਤ ਦਾ ਰਿਸ਼ਤਾ ਹੁੰਦਾ ਉਹਦੇ ਬਾਰੇ ਦੋ ਸ਼ੇਰ ਯਾਦ ਆ ਰਹੇ ਆ ਇੱਕ ਸ਼ੇਰ ਇਹ ਸੀਗਾ ਕਿ ਉਹ ਕਹਿੰਦਾ ਕਿ ਹਾਲੇ ਤੀਕਰ ਮਿਲੀ ਨਹੀਂ ਹੈ ਇਸ ਨੂੰ ਇਸ ਦੀ ਅਸਲੀ ਧੁਨ ਉਂਝ ਤਾਂ ਬੜਿਆਂ ਲੋਕਾਂ ਨੇ ਇਹ ਨਗਮਾ ਗਾਇਆ ਹੋਇਆ ਉਹਨੂੰ ਉਹਦੀ ਅਸਲੀ ਧੁਨ ਨਹੀਂ ਮਿਲੀ ਪਰ ਕਦੀ ਕਦੀ ਏਦਾਂ ਲੱਗਦਾ ਕਿ ਸ਼ਬਦ ਤੇ ਸੰਗੀਤ ਕੁਝ ਇਉਂ ਘੁਲ ਗਏ ਸ਼ਬਦ ਤੇ ਸੰਗੀਤ ਕੁਝ ਇਉਂ ਘੁਲ ਗਏ ਗੀਤ ਜਿਉਂ ਰਾਂਝਾ ਅਤੇ ਧੁਨ ਹੀਰ ਸੀ ਵਾਹ ਬਹੁਤ ਬੜੀਆ ਤੋ ਇਹ ਹੁਣ ਸੁਣਦੇ ਆ ਤੁਹਾਨੂੰ ਸੁਣਦੇ ਆ ਤੇ ਇਹ ਪੀਰਾਂ ਦਾ ਪ੍ਰੋਗਰਾਮ ਸੁਣਦੇ ਆ ਤੇ ਤੁਹਾਡੀ ਤਰਜ਼ ਸੁਣਦੇ ਆ ਬਿਲਕੁਲ ਐਂ ਲੱਗਾ ਕਿ ਧੁਨ ਜਿਵੇਂ ਗੀਤ ਜਿਉਂ ਰਾਂਝਾ ਅਤੇ ਧੁਨ ਹੀਰ ਸੀ ਬਹੁਤ ਸੋਹਣੀ ਧੁਨ ਔਰ ਬਹੁਤ ਹੀ ਕਮਾਲ ਦਾ ਗੀਤ ਅਸੀਂ ਜਾਣਦੇ ਆ ਔਰ ਤੁਸੀਂ ਦੋਨਾਂ ਦਾ ਹੀ ਇੱਕ ਐਸਾ ਸੰਜੋਗ ਤੋ ਤੁਹਾਨੂੰ ਬਹੁਤ ਬਹੁਤ ਪਿਆਰ ਬਹੁਤ ਬਹੁਤ ਸਤਿਕਾਰ ਇਹ ਸਾਰਾ ਕੁਝ ਸਾਡੇ ਨਸੀਬਾਂ ਵਿੱਚ ਕਰਨ ਵਾਸਤੇ ਤੋ ਅਸੀਂ ਤੁਹਾਡੇ ਅਗਲੇ ਨਗਮੇ ਨੂੰ ਅਗਲੇ ਗੀਤ ਨੂੰ ਸਾਨੂੰ ਅਸੀਂ ਸਮਝੋ ਕਿ ਬਿਲਕੁਲ ਸਾਡੇ ਮਨ ਸੁਰ ਹੋ ਚੁੱਕੇ ਆ ਤੁਹਾਨੂੰ ਸੁਣ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਰ ਗ੍ਰੇਟ ਸੁਰਜੀਤ ਪਾਤਰ ਸਾਹਿਬ
साडे देश दी बहुत बड़ी शान ने पंजाबी साहित्य दे, और जो लफ्ज़ां नूं अपने जदों ये माला परोंदे ने ते जिहड़ा अच्छा संगीतकार है ਉਹਨੂੰ लगता है कि इन्हां नूं जे गाया जावे जिद्दां लिखिया ਗਿਆ जे उदां ही गाया जावे तां ही फिर असर रखदे, तां ही गायकी असर रखदी है। नहीं तां गायकी और जिहड़े लफ्ज़ ने जिहड़े शब्द ने वो एक दूजे तो परे परे होना शुरू हो जाते हैं, दूर दूर हटना शुरू हो जाते हैं, एक दूजे दे लवे नहीं लगते हो। ते मैं सारे दर्शकों नूं जिहड़े श्रोते ने सुन रहे ने, जिहड़े ज़ाहिरीन नाजरीन देशां विदेशां च सुन रहे ने, मैं उन्हां नूं पात्र साहब दी जो इस वक्त पंजाब कला परिषद नूं जो कंट्रीब्यूशन है, जो देन है, अज साडे सारे पंजाब दा जिन्ने पंजाबी साहित्यकार ने अज वो ये कहंदे ने कि सही शख्सियत जिहड़ी है वो सही जगह ते आई है ते इस नूं साडे पंजाबी साहित्य नूं साडे लोकां तक पहुंचाउंदी है। जनाब सुरजीत पात्र साहब दा ही एक गीत जिहड़ा मैनूं बहुत ज्यादा पसंद है, मेरा ख्याल निंदर जी और पात्र साहब सुन रहे होंगे, ते मैं ये गीत बहुत प्यार नाल इसनूं गाया है, समात फरमाओ। किस किस दिशा तो शाम, किस किस दिशा तो शाम आवाज़ां आउंदियां, किस किस दिशा तो शाम आवाज़ां आउंदियां, किस किस दिशा तो शाम आवाज़ां आउंदियां, बंदे नू बेहबल कर दियां, बंदे नू बेहबल कर दियां, पागल बनाओ दियां, किस किस दिशा आवाज़ आयो दियां, किस किस दिशा फानूस ने ए शम्मा है और जोत है ए लाट, फानूस ने ए शम्मा है और जोत है ए लाट, दूर किधर मामा ने, दूर किधर मामा ने दीवे जगाओ दिया, किस किस दिशा आवाज़ आयो दिया, किस किस दिशा आवाज़ आयो दिया, बंदे नू बेहबल कर दिया, बंदे नू बेहबल कर दिया, पागल बना दिया, किस दिशा इस शाम दे विच मेरे नाल तबले ते संगत कर रहे ने एक बहुत ही छोटी उम्र दे मास्टर कलाकार रोहित, वो मेरी ये शाम दे विच मेरे नाल शिरकत कर रहे ने। रोहित तबले ते, लूणा अगन दोस्तों पात्र साहब ने ये जड़ी ये लाइनें लिखी है ने जरा गौर तवज्जो चाहना। लूणा अगन सुंदरा नदी, नदी
लूना अगन सुंदरा नदी ते धरत इच्छरा ते धरत इच्छरा लूना अगन सुंदरा नदी ते धरत इच्छरा जोगी नु बार बार ने जोगी नु बार बार ने पूरन बना दिया किस किस दिशा नु शाम आवाज दिया जोगी नु बार बार ने जोगी नु बार बार ने पूरन बना दिया किस किस दिशा नु शाम दरबार इधर दरबार इधर यार उधर जान ओ ईमान दरबार दरबार इधर यार उधर जान ओ ईमान दरबार इधर यार उधर जान ओ ईमान कई बार जिंदा ऐस कई बार जिंदा ऐस चौराहे ते आंदिया किस दिशा नु जाऊं आवाज आंदिया बंदे ने बहबल कर दिया बंदे ने बहबल कर दिया पागल बना दिया किस किस दिशा नु जाऊं पात्र साहब ने ये शेर जरा गौर करना इस शेर की तरफ बेचैनियां गमगीनियां सोचा दी कैद चों बेचैनियां गमगीनियां सोचा दी कैद चों शायर नु अंत उस दिया शायर नु अंत उस दिया नज़म छुड़ा दिया किस दिशा आवाज़ां पत्तियां दे पैरां विच ना जे पाजेब पाउंदियां पत्तियां दे पैरां विच ना जे पाजेब पाउंदियां पत्तियां दे पैरां विच ना जे पाजेब पाउंदियां पत चढ़दा किस तरह पत चढ़दा बोझ किस तरह पौना उठाउंदियां आवाज आंदियां किस किस दिशा
पत्ते रुखां दे जेकर सुरां जहे सुरां सुरां जहे सुरां 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 जहे हुंदे न पत्ते रुखां दे जेकर सुरां जहे पौना उदास साज फिर पौना उदास साज फिर केड़ा बजाउंदियां आवाज़ां दियां किस किस दिशा आवाज़ां दियां तेनू बेहबल कर दिया बंदे नू बेहबल कर दिया पागल बना दिया बहुत ही अच्छा बंद डुबदा ना नीली झील विच सारे गगरे गरे सरे नी सारे गगरे सारे गगरे गरे सरे नी सारे गगरे सारे ग पदा म पदा नी द म ग पदा रे नी सारे गगरे सरे नी द पदा नी द पदा म गरे गगरे रे नी सारे ग रे नी सारे ग रे नी सारे ग रे सा डुबदा ना नीली झील विच सूरज जे संदली डुबदा ना नीली झील विच सूरज जे संदली ता शहर साडे शरबती ता शहर साडे शरबती शमान लोदियां किस दिशा आवाज़ लोदियां किस दिशा आवाज़ बोलियां बंदे नू बेहबल कर दिया बंदे नू बेहबल कर दिया पागल बनो दिया आवाज़ बोलिया आवाज़ बोलिया मैं एक शायर ਦੇ ਤੌਰ ਤੇ ਤਾਂ ਬਹੁਤ ਮਸ਼ਹੂਰ ਹਾਂ ਹੀ ਕਿ ਤੁਸੀਂ ਸਾਦ ਮੁਰਾਦ ਦੇ ਲਫ਼ਜ਼ਾਂ ਨੂੰ ਖੰਭ ਲਾ ਦਿੱਤੇ। ਇਹ ਪੂਰਨ ਸਿੰਘ ਹੋਣਾ ਦਾ ਵਾਕ ਹੈ। ਕਵੀ ਪੂਰਨ ਸਿੰਘ ਨੇ ਕਿਹਾ ਸੀ ਕਿ ਜਿਹੜਾ ਸੰਗੀਤ ਹੈ ਉਹ ਲਫ਼ਜ਼ਾਂ ਨੂੰ ਖੰਭ ਲਾ ਦਿੰਦਾ। ਤੁਸੀਂ ਇਹਨਾਂ ਲਫ਼ਜ਼ਾਂ ਨੂੰ ਇਹਨਾਂ ਪੁਰ ਅਸਰ ਬਣਾ ਦਿੱਤਾ। ਮੈਂ ਸੋ ਨਿੱਜੀ ਤੌਰ ਤੇ ਤੁਹਾਡਾ ਬਹੁਤ ਮਸ਼ਹੂਰ ਹਾਂ। तो ਤੁਸੀਂ ਪਤਾ ਨਹੀਂ ਕਿਹੜੀ ਕਿਹੜੀ ਸ਼ਾਮ ਯਾਦ ਕਰਾ ਦਿੱਤੀ। तो मैं ਉੱਥੇ ਪਹੁੰਚ ਗਿਆ ਜਿੱਥੇ ਮੈਂ ਕਦੀ ਇਹ ਗਜ਼ਲ ਲਿਖੀ ਸੀ। और ਤੁਸੀਂ ਇੰਨੇ ਸਾਰੇ ਸ਼ੇਰ ਗਾਏ ਇੰਨੀ ਲੰਬੀ ਗਜ਼ਲ ਦੇ ਔਰ ਇੰਨੀ ਖੂਬਸੂਰਤੀ ਨਾਲ ਇੰਨੀ ਪਿਆਰੀ ਧੁਨ। ਸੋ ਮੈਂ ਤੁਹਾਡਾ ਬਹੁਤ ਅਹਿਸਾਨਮੰਦ ਹਾਂ। ਤੁਸੀਂ ਤੁਹਾਡਾ ਕਰਜ਼ਾਈ ਹੋ ਗਿਆ। नहीं तो you are great man। बहुत ਕਮਾਲ ਜਿੱਦਾਂ ਸੀ ਕਿ ਸ਼ੁਰੂ ਚ ਕਿਹਾ ਸੀ ਕਿ ਫਾਨੂਸ ਨੇ ਇਹ ਸ਼ਮਾ ਹੈ ਉਹ ਜੋਤ ਹੈ ਆ ਲਾਟ ਤੇ ਦੂਰ ਕਿਧਰੇ ਮਾਵਾਂ ਨੇ ਦੀਵੇ ਜਗਾਉਂਦੀਆਂ। ਤੇ ਸ਼ਾਮ ਨੂੰ ਕਈ ਤਰ੍ਹਾਂ ਦੀਆਂ ਰੌਸ਼ਨੀਆਂ ਜਗਦੀਆਂ। ਸ਼ੈਂਡਲੀਅਰ ਵੀ ਜਗਦੇ ਆ, ਸ਼ਮਾ ਜਗਦੀਆਂ, ਲਾਟਾਂ ਜਗਦੀਆਂ। ਸੋ ਦੂਰ ਮਾਵਾਂ ਜਿਹੜੇ ਮਾਵਾਂ ਕਿਤੇ ਬੀਤੇ ਅਤੀਤ ਵਿੱਚ ਦੀਵੇ ਬਾਲਦੀਆਂ ਜਿਹੜੀਆਂ ਕਈ ਵਿਛੜੀਆਂ ਹੋਈਆਂ ਵੀ ਨੇ, ਜਿਉਂਦੀਆਂ ਜਾਗਦੀਆਂ ਵੀ ਨੇ। ਤੋ ਦੀਵਿਆਂ ਦਾ ਤੇ ਮਾਵਾਂ ਦਾ ਇੱਕ ਬਹੁਤ ਸ਼ਾਮਾਂ ਦਾ ਬਹੁਤ ਗਹਿਰਾ ਸ਼ਾਮ ਵੇਲੇ ਪੁੱਤਰਾਂ ਨੂੰ ਉਡੀਕਦੀਆਂ, ਆਪਣੇ ਬੱਚਿਆਂ ਨੂੰ ਉਡੀਕਦੀਆਂ ਮਾਵਾਂ ਕਿ ਕਰੀ ਆਉਣ। ਸੋ ਇਸ
शाम नूं तुसीं अपनी आवाज़ नाल बस अनूठी शाम दी रंगत दे दित्ती है ते बहुत शुक्रगुजार हाँ। ते हुण दसो किवें तुहाडी इच्छा जे आपां इहनूं इस शाम नूं संपन्न करदे इत्थे, तो जिवें तुहाडी सलाह होवे। जी, मेरी जिंदगी दी एक सब तो पहली धुन जिहड़ी मैं कंपोज कीती सी, जी जी जी, शिव कुमार बटालवी नूं सब तो पहला मैं रिकॉर्ड करिया, किसी नूं भी रिकॉर्ड नहीं करिया। जी जी जी, और ਉਹਦੇ ਚ मैं डॉक्टर सरबजीत सिंह घुम्मण ਦਾ बड़ा ਧੰਨਵਾਦੀ ਹਾਂ, ਜਿਨ੍ਹਾਂ ਨੇ ਕਿਹਾ ਕਿ ਮੇਰੇ ਉਹ ਸੀਨੀਅਰ ਹੁੰਦੇ ਸੀ ਕਿ ਨੀਲੇ ਯਾਰ ਮੈਂ ਤੈਨੂੰ ਰਿਕਾਰਡ ਕਰਨਾ ਹੈ, ਮੈਨੂੰ ਕਹਿੰਦੇ जी जी, ਫਿਰ ਉਹਨਾਂ ਨੇ 5 ਟੇਪਾਂ ਕੀਤੀਆਂ, 5 ਟੇਪਸ। ओके, ਹਾਂ, ਇੱਥੇ ਚੰਡੀਗੜ੍ਹ ਸਟੂਡੀਓ 'ਚ ਉਹਦੀ ਜਿਹੜੀ ਮੇਰੀ ਪਹਿਲੀ ਧੁਨ ਹੈ ਤਿਆਰ ਕੀਤੀ ਹੋਈ, ਉਹ ਤੁਹਾਡੀ ਨਜ਼ਰ ਕਰਨ ਲੱਗਿਆ। जी जी, ਮੈਨੂੰ ਉਮੀਦ ਹੈ ਪਸੰਦ ਆਊਗੀ ਉਹ। ਇਹ ਰਾਗ ਦਰਬਾਰੀ ਦੇ ਵਿੱਚ। जी बहुत शुक्रिया ਜੀ। माए नी माए मेरे, माए नी माए मेरे, गीतां दे आनना विच माए नी माए मेरे, गीतां दे आनना विच फिर होंदी मेरे नाल मेरे छोटे अजीज रोहित तबले ते हम ਜਿਹੜੇ ਮੇਰੇ ਨਾਲ ਸੰਗਤ ਕਰ ਰਹੇ ਨੇ। ਮਾਹੇ ਨੀ ਮਾਏ ਗੀਤਾਂ ਦੇ ਆਨਣਾ ਵਿੱਚ, ਮਾਹੇ ਨੀ ਮਾਏ ਗੀਤਾਂ ਦੇ ਆਨਣਾ ਵਿੱਚ ਬਿਰਹੋਂ ਦੇ ਰੜਕ अद्धी अद्धी राती उठ रोना मोए मित्रा, अद्धी अद्धी राती उठ रोना मोए मित्रा, माए सानू नींद ना पवे, हाय माए सानू नींद ना पवे, माए नी माए गीतां दे आनना विच फिर होंदी रड़क। भेंट सुगंधियां च बन्ना पे जाननी दे, भेंट सुगंधियां च बन्ना पे जाननी दे, तां भी साडी पीड़ ना सवे, तां भी साडी पीड़ ना सवे, उस साहां दी मैं
ਕਰਾਂ ਜਿਹੜਾ ਬੋਲ ਉਸੇ ਕੋਸੇ ਸਾਂਦੀ ਮੈਂ ਕਰਾਂ ਜੇਟ ਕੋਰ ਮੈਂ ਸਭ ਸਾਨੂੰ ਖਾਣ ਪਵੇ ਹਾਏ ਸਭ ਸਾਨੂੰ ਮਾਏ ਨੀ ਮਾਏ ਗੀਤਾਂ ਦੇ ਆਨਣਾ ਵਿੱਚ ਫਿਰ ਹੁੰਦੀ ਰੜਕ ਕਿਹੜਿਆਂ ਸਪੇਰਿਆਂ ਤੋਂ ਮੰਗਾ ਕੁੰਜ ਮੇਲ ਦੀ ਮੈਂ ਨਿਜ਼ਾਰੇ 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 ਗਾ ਨਿਜ਼ਾ 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 ਸਾਰੇ ਗਾ ਮਾ ਪਦਾ ਨੀ ਪਸਾ ਦਾਰੀ ਨਿਜ਼ਾ ਧਾਰੀ ਪਾ ਨੀ ਪਾ ਮਾ ਗਾ ਮਰੇ ਸਾ ਕਿਹੜੇ ਹੋ ਸਪੇਰਿਆਂ ਤੋਂ ਮੰਗਾ ਕੁੰਜ ਮੇਲ ਦੀ ਮੈਂ ਮੇਲ ਦੀ ਕੋਈ ਕੁੰਜ ਨਾ ਦਵੇ ਮੇਲ ਦੀ ਕੋਈ ਕੁੰਜ ਨਾ ਦਵੇ ਕਿਹੜਾ ਇਹਨਾਂ ਦਮਾਂ ਦਿਆਂ ਲੋਬੀਆਂ ਦੇ ਦਰਾਂ ਕਿਹੜਾ ਇਹਨਾਂ ਲੋਬੀਆਂ ਦੇ ਕਿਹੜਾ ਇਹਨਾਂ ਦਮਾਂ ਦਿਆਂ ਲੋਬੀਆਂ ਦੇ ਦਰਾਂ ਤੇ ਵਾਂਗ ਖੜਾ ਜੋਗੀਆਂ ਰਵੇ ਹਾਏ ਵਾਂਗ ਖੜਾ ਜੋਗੀਆਂ ਮਾਏ ਨੀ ਗੀਤਾਂ ਦੇ ਆਨਣਾ ਵਿੱਚ ਫਿਰ ਹੁੰਦੀ ਆਖ ਸੁਣੀ ਖਾ ਲੈ ਟੁਕ ਹਿਜਰਾਂ ਦਾ ਪੱਕਿਆ ਆਖ ਸੁਣੀ ਖਾ ਲੈ ਟੁਕ ਹਿਜਰਾਂ ਦਾ ਪੱਕਿਆ ਲੇਖਾਂ ਦੇ ਨੀ ਉਠੜੇ ਤਵੇ ਲੇਖਾਂ ਦੇ ਨੀ ਉਠੜੇ ਤਵੇ ਚੱਟ ਲੈ ਤਰੇੜ ਨੂੰ ਮਾਤੇ ਗੁਲਾਬ ਤੂੰ ਚੱਟ ਲੈ ਤਰੇੜ ਨੂੰ ਮਾਤੇ ਗੁਲਾਬ ਤੂੰ ਕਾਲਜੇ ਨੂੰ ਹੌਸਲਾ ਰਵੇ ਹਾਏ ਕਾਲਜੇ ਨੂੰ ਹੌਸਲਾ ਰਵੇ ਮਾਏ ਨੀ ਮਾਏ ਗੀਤਾਂ ਦੇ ਆਨਣਾ ਵਿੱਚ ਮੇਰੇ ਹੁੰਦੀ ਰੜਕ sare ga ma pa ga ma da pa ni da sa ni sa sa ni sa da ni da ma pa ga ma re ga sare ni ma re ni ma re gita ne aanana vich mere hundi radak pave बहुत ही खूब राग दरबारी और शिव कुमार बटालवी और नीले का और फिर पात्र साहब साडे इन्नी कमाल दी शायरी और इन्ना जी गीत। तो शिव कुमार नू असी बिरहे दा कवि कहने आ, वियोग दा कवि कहने आ जी। मैं समझदा कि वो बहुत वड्डे संयोग दा कवि भी आ। संयोग ਦਾ ਇਹ ਕਿ ਉਹਦੀ ਸ਼ਾਇਰੀ 'ਚ ਇੰਨੇ ਕੁਝ ਲਫ਼ਜ਼ ਆ ਕੇ ਮਿਲਦੇ ਆ ਪਿਛਲੇ ਹੋਏ ਲਫ਼ਜ਼ ਕਿ ਟਕੋਰ ਮੁੱਦਤਾਂ ਬਾਅਦ ਚਾਨਣੀ ਦੇ ਫੇਹੇ ਮੁੱਦਤਾਂ ਬਾਅਦ
ਇਹ ਲਫ਼ਜ਼ ਆਹਾ ਲੈ ਵਿਚਰੇ ਕਿ ਉਹ ਇਸ ਪੱਖੋਂ ਸੰਜੋਗ ਦਾ ਸ਼ਾਇਰ ਵੀ ਹੈ, ਵਿਯੋਗ ਦੇ ਸ਼ਾਇਰ ਹੋਣ ਦੇ ਨਾਲ ਨਾਲ। ਔਰ ਤੁਸੀਂ ਬਹੁਤ ਖੂਬਸੂਰਤ ਇਸ ਨੂੰ, ਇਸ ਗੀਤ ਨੂੰ, ਉਹਦੇ ਕਮਾਲ ਜਿਹੜਾ ਉਹਦੇ ਪਹਿਲੇ ਗੀਤਾਂ 'ਚ ਜਿਨ੍ਹਾਂ ਗੀਤਾਂ ਨਾਲ ਸ਼ਿਵ ਕੁਮਾਰ ਨੇ ਇੱਕ ਇਹਦੇ ਕਮੈਂਟਸ ਕਰੇ ਤੇ ਕਿਸੇ ਲੋਕਾਂ ਨੇ ਜੀ ਮੈਂ ਇੱਥੇ ਗਾਇਆ, ਰੋਪੜ ਗਾਇਆ ਇਹ ਗੀਤ ਜੀ ਰੋਪੜ ਜਿਸ ਵਕਤ ਗਾਇਆ ਕਿ ਕਿਸੇ ਕਲੋਨੀ 'ਚ ਸਾਡਾ ਪ੍ਰੋਗਰਾਮ ਸੀ, ਉੱਥੇ ਬਾਹਰੋਂ ਵੀ ਬੰਦੇ ਆਏ ਹੋਏ ਸਨ। ਉਹ ਇੱਕ ਬੰਦੇ ਸੀ, ਇਨਸਾਨ, ਉਹਨਾਂ ਨੇ ਆ ਕੇ ਮੈਨੂੰ ਕਮੈਂਟ ਕੀਤਾ, ਕਹਿੰਦੇ ਵੀ ਤੁਸੀਂ ਇਹ ਜਿਹੜਾ ਇਸ ਤਰ੍ਹਾਂ ਦਾ ਗਾਣਾ ਜਿਹੜਾ ਤੁਸੀਂ ਗਾਇਆ ਤਾਂ ਸ਼ਿਵ ਨੂੰ ਸਭ ਨੇ ਹੀ ਹੈ, ਬਹੁਤ ਲੋਕਾਂ ਨੇ ਗਾਇਆ ਜੀ, ਜਿਵੇਂ ਭੁਪਿੰਦਰ ਜੀ ਨੇ ਵੀ ਗਾਇਆ ਜੀ, ਉਹਨਾਂ ਨੇ ਗਾਇਆ ਇਹ ਸਭ ਦੇ, ਕਹਿੰਦੇ ਪਰ ਜੋ ਤੁਸੀਂ ਗਾਇਆ ਹੈ ਇਹ ਅਲੱਗ ਹੈ। ਬਿਲਕੁਲ ਸਹੀ। ਹਾਂ, ਜਦੋਂ ਉਹਨਾਂ ਨੇ ਇਹ ਗੱਲ ਕਹੀ ਤਾਂ ਮੈਨੂੰ ਮਤਲਬ ਥੋੜਾ ਜਿਹਾ ਆਪਣੇ ਆਪ ਨੂੰ ਹੌਸਲਾ ਮਿਲਿਆ ਕਿ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦੀ ਹਾਂ, ਕਿਉਂਕਿ ਜਦ ਤੱਕ ਕੋਈ ਕਦਰਦਾਨ ਕਦਰਸ਼ਨਾਸ ਨਾ ਮਿਲੇ ਤੇ ਫਿਰ ਉਹ ਗਾਉਣ ਦਾ ਵੀ ਕੋਈ ਮਤਲਬ ਐਂ ਲੱਗਦਾ ਵੀ ਜਿਵੇਂ ਗਾ ਤਾਂ ਦਿੱਤਾ ਪਰ ਅਸਰ ਨਹੀਂ ਹੋਇਆ। ਬਹੁਤ ਬਹੁਤ ਖੂਬ। ਮਤਲਬ ਤੁਸੀਂ ਦੇਖੋ ਬੜੇ ਥੋੜੇ ਜਿਹੇ ਸਾਧਨਾਂ ਨਾਲ, ਜਦੋਂ ਕੋਈ ਇੱਥੇ ਸਾਊਂਡ ਸਿਸਟਮ ਨਹੀਂ ਆ, ਕੋਈ ਲਾਈਟ ਨਹੀਂ ਆ, ਕੋਈ ਵੱਡਾ ਸਟੇਜ ਨਹੀਂ ਆ, ਬਹੁਤ ਸਾਜ਼ਿੰਦੇ ਨਹੀਂ ਆ ਜੀ। ਅਸੀਂ ਰੋਹਿਤ ਦਾ ਮੁਖੜਾ ਵੀ ਦੇਖਣਾ, ਉਹਦੇ ਵੱਲ ਤੁਸੀਂ ਸਾਨੂੰ ਮੁਖੜਾ ਦਿਖਾਇਓ। ਤੇ ਬਾਕੀ ਹੈ ਕਿ ਜਿੱਦਾਂ ਤੁਹਾਡੇ ਵਰਗੇ ਜੋ ਗਾਇਕ ਨੇ, ਉਹ ਇੱਕ ਤਰ੍ਹਾਂ ਉਹਨਾਂ ਨੂੰ ਧਰਤੀ ਵੀ ਅਸੀਂ ਚੰਗੀ ਹੋ ਗਈ, ਧਰਤੀ ਮਾਂ ਉਹਨਾਂ ਨੂੰ, ਕਿ ਜਿਸ ਤਰ੍ਹਾਂ ਬਹੁਤੀ ਗਾਇਕੀ ਤਾਂ ਪ੍ਰਦੂਸ਼ਣ ਵਾਲੀ ਗਾਇਕੀ ਆ, ਪਰ ਇਹ ਗਾਇਕੀ ਜਿਹੜੀ ਸਾਡੇ ਰੁੱਖਾਂ ਵਰਗੀ ਗਾਇਕੀ ਆ, ਜਿਹੜੀ ਜ਼ਹਿਰ ਨੂੰ ਅੰਮ੍ਰਿਤ 'ਚ ਬਦਲਦੀ ਆ, ਜਿਹੜੀ ਸਾਡੀ ਆਤਮਾ ਨੂੰ ਇੱਕ ਐਸੀ ਸ਼ੁੱਧਤਾ, ਐਸੀ ਜਿਵੇਂ ਰਹਿਮਤ ਦਾ ਮੀਂਹ ਆਪਾਂ ਸ਼ੁਰੂ 'ਚ ਕਿਹਾ ਸੀ, ਰਹਿਮਤ ਦਾ ਮੀਂਹ ਵੀ ਤੇ ਸਾਫ਼ ਤੇ ਸੋਹਣੀ ਹਵਾ ਦੇ ਬੁੱਲੇ ਵੀ ਇਹੋ ਗਾਇਕੀ ਦਿੰਦੀ ਆ। ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਇਸੇ ਸਿਖਰ ਤੇ ਅਸੀਂ ਅੱਜ ਦੀ ਸ਼ਾਮ ਨੂੰ ਸੰਪੰਨ ਕਰਦੇ ਹਾਂ। ਉਸਤਾਦ ਨੀਲੇ ਖਾਂ ਦਾ ਬਹੁਤ ਸ਼ੁਕਰਗੁਜ਼ਾਰ ਹੁੰਦੇ ਹੋਏ, ਔਰ ਜਿਹੜੇ ਇਹਨਾਂ ਨੂੰ ਸੁਣੋਗੇ ਉਹ ਮਹਿਸੂਸ ਕਰਨਗੇ ਕਿ ਜਦੋਂ ਕੋਈ ਇੰਨੇ ਰਿਆਜ਼ ਤੋਂ ਬਾਅਦ ਔਰ ਇੰਨੀਆਂ ਗਹਿਰਾਈਆਂ 'ਚ ਗਾਉਂਦਾ ਤਾਂ ਉਹਦਾ ਕੀ ਅਰਥ ਹੁੰਦਾ। ਔਰ ਬਾਕੀ ਉਹ ਗਾਇਕ ਜਿਹਨੂੰ ਪਤਾ ਹੋਵੇ ਕਿ ਮੈਂ ਕੀ ਗਾ ਰਿਹਾ, ਬਹੁਤੇ ਗਾਇਕਾਂ ਨੂੰ ਪਤਾ ਕਿ ਮੈਂ ਕੀ ਗਾ ਰਿਹਾ, ਉਹ ਸ਼ਬਦਾਂ ਨਾਲ ਸ਼ਾਇਦ ਉਹ ਇਨਸਾਫ ਨਹੀਂ ਕਰ ਸਕਦੇ, ਪਰ ਜਿਸ ਗਾਇਕ ਨੂੰ ਪਤਾ ਹੋਵੇ ਕਿ ਮੈਂ ਕੀ ਗਾ ਰਿਹਾ, ਉਸ ਵੇਲੇ ਉਹ ਸ਼ਾਇਰ ਦਾ ਹੀ ਰੂਪ ਹੋਇਆ ਹੁੰਦਾ ਜਿਸ ਨੇ ਉਸ ਚੀਜ਼ ਨੂੰ ਰਚਿਆ ਹੁੰਦਾ। ਸੋ ਇਹਨਾਂ ਸ਼ਬਦਾਂ ਨਾਲ ਨੀਲੇ ਖਾਂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਜਿੰਨੇ ਤੁਸੀਂ ਦੁਰਾਡੇ ਦੇਸ਼ਾਂ ਵਿੱਚ, ਵਿਦੇਸ਼ਾਂ ਵਿੱਚ ਇੱਥੇ ਸੁਣ ਰਹੇ ਹੋ, ਤੁਹਾਡਾ ਵੀ ਬਹੁਤ ਸ਼ੁਕਰਗੁਜ਼ਾਰ ਕਿ ਤੁਸੀਂ ਰੰਧਾਵਾ ਉਤਸਵ ਦੇ ਵਿੱਚ ਇਸ ਤਰ੍ਹਾਂ ਸ਼ਾਮਲ ਹੋ। ਰੰਧਾਵਾ ਸਾਹਿਬ ਜਿਨ੍ਹਾਂ ਨੇ ਕਿ ਪੰਜਾਬ ਨੂੰ ਸੋਹਣਾ ਬਣਾਉਣ ਲਈ, ਪੰਜਾਬ ਨੂੰ ਸੋਝੀਲਾ ਬਣਾਉਣ 'ਚ ਬਹੁਤ ਹਿੱਸਾ ਪਾਇਆ। ਤੇ ਅਸੀਂ ਬਸ ਇਹਨਾਂ ਸ਼ਾਮਾਂ ਨਾਲ ਉਹਨਾਂ ਨੂੰ ਇੱਕ ਤਰ੍ਹਾਂ ਆਪਣੀ ਅਕੀਦਤ, ਆਪਣੀ ਸ਼ਰਧਾ ਦੇ ਫੁੱਲ ਹੀ ਅਰਪਿਤ ਕਰ ਰਹੇ ਹਾਂ ਉਸ ਮਹਾਨ ਸ਼ਖਸ ਨੂੰ, ਮਹਾਨ ਪੰਜਾਬੀ ਨੂੰ, ਨਵੇਂ ਪੰਜਾਬ ਦੇ ਸਿਰਜਣਹਾਰਿਆਂ ਵਿੱਚੋਂ ਇੱਕ ਵੱਡੇ ਸਿਰਜਣਹਾਰ ਨੂੰ। ਸੋ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਪਿਆਰ, ਬਹੁਤ ਬਹੁਤ ਅਦਬ ਤੇ ਮੋਹ। ਧੰਨਵਾਦ।